ਨੈਕਸਟ ਆਪਾਂ ਨੇ ਟੌਪਿਕ ਕਰਨਾ ਇਫੈਕਟ ਆਫ ਸ਼ਿਫਟ ਇਨ ਡਿਮਾਂਡ ਐਂਡ ਸਪਲਾਈ ਔਨ ਮਾਰਕੀਟ ਇਕੁਇਲਿਬਰੀਅਮ ਜਾਂ ਚੇਂਜ ਇਨ ਇਕੁਇਲਿਬਰੀਅਮ ਪ੍ਰਾਈਸ। ਕੱਲ੍ਹ ਆਪਾਂ ਨੇ ਇਕੁਇਲਿਬਰੀਅਮ ਪ੍ਰਾਈਸ ਦੀ ਗੱਲ ਕੀਤੀ ਸੀ ਕਿ ਇਕੁਇਲਿਬਰੀਅਮ ਪ੍ਰਾਈਸ ਕਿੱਥੇ ਹੁੰਦਾ, ਜਿੱਥੇ ਡਿਮਾਂਡ ਤੇ ਸਪਲਾਈ ਦੋਨੋਂ ਆਪਸ ਵਿੱਚ ਬਰਾਬਰ ਹੁੰਦੇ ਆ। ਠੀਕ ਹੈ, ਉਸ ਪੁਆਇੰਟ ਤੇ ਇਕੁਇਲਿਬਰੀਅਮ ਪ੍ਰਾਈਸ ਹੁੰਦਾ ਆ। ਹੁਣ ਨੈਕਸਟ ਆਪਾਂ ਨੇ ਕਰਨਾ ਕਿ ਜੇਕਰ ਡਿਮਾਂਡ ਜਾਂ ਸਪਲਾਈ ਦੇ ਵਿੱਚ ਕੋਈ ਚੇਂਜ ਆਉਂਦੀ ਹੈ ਦੈਨ ਜਿਹੜਾ ਸਾਡੇ ਪ੍ਰਾਈਸ ਦੇ ਉੱਤੇ ਕੀ ਇਫੈਕਟ ਪਏਗਾ। ਠੀਕ ਹੈ, ਫਸਟ ਹੈ ਸਾਡੇ ਕੋਲ ਚੇਂਜ ਇਨ ਡਿਮਾਂਡ ਐਂਡ ਇਕੁਇਲਿਬਰੀਅਮ ਪ੍ਰਾਈਸ। ਜੇਕਰ ਡਿਮਾਂਡ ਚੇਂਜ ਹੁੰਦੀ ਹੈ, ਫਸਟ ਪੁਆਇੰਟ ਹੈ ਸਾਡੇ ਕੋਲ ਇਨਕਰੀਜ਼ ਇਨ ਡਿਮਾਂਡ, ਕਿ ਡਿਮਾਂਡ ਦੇ ਵਿੱਚ ਜੇਕਰ ਵਾਧਾ ਹੁੰਦਾ ਹੈ ਤਾਂ ਇਕੁਇਲਿਬਰੀਅਮ ਪ੍ਰਾਈਸ ਦੇ ਉੱਤੇ ਕੀ ਇਫੈਕਟ ਪਏਗਾ। ਆ ਦੇਖੋ ਫਸਟ ਅਸੀਂ ਜਿਹੜਾ ਆ ਇਕੁਇਲਿਬਰੀਅਮ ਪ੍ਰਾਈਸ ਬਣਾਉਣਾ ਆ। ਠੀਕ ਹੈ, ਕਿ ਜੋ ਅਸੀਂ ਸਟਾਰਟਿੰਗ ਦੇ ਇਕੁਇਲਿਬਰੀਅਮ ਪੁਆਇੰਟ ਦੀ ਗੱਲ ਕਰਦੇ ਹਾਂ। ਠੀਕ ਹੈ, ਆ ਸਾਡੇ ਕੋਲ ਜਿਹੜਾ ਸਪਲਾਈ ਕਰਵ ਹੈ, ਆ ਸਾਡਾ ਡਿਮਾਂਡ ਕਰਵ ਹੈ, ਆ ਸਾਡੇ ਕੋਲ ਕੀ ਆ ਗਿਆ ਇਕੁਇਲਿਬਰੀਅਮ ਪੁਆਇੰਟ। ਠੀਕ ਹੈ, ਇਸ ਪੁਆਇੰਟ ਦੇ ਉੱਤੇ ਅਸੀਂ ਕਹਿੰਦੇ ਕਿ ਇਕੁਇਲਿਬਰੀਅਮ ਦੇ ਵਿੱਚ ਆ ਮਾਰਕੀਟ, ਕਿ ਆ ਜਿਹੜਾ ਪ੍ਰਾਈਸ ਆ ਉਹ ਡਿਟਰਮਿਨ ਕੀਤਾ ਜਾਂਦਾ ਆ। ਠੀਕ ਹੈ, ਇੱਧਰ ਹੈਗਾ ਆ ਡਿਮਾਂਡ ਐਂਡ ਸਪਲਾਈ, ਇੱਧਰ ਸਾਡੇ ਕੋਲ ਹੈਗਾ ਆ ਪ੍ਰਾਈਸ। ਠੀਕ ਹੈ, ਹੁਣ ਕੀ ਹੈ ਕਹਿੰਦੇ ਕਿ ਜੇਕਰ ਡਿਮਾਂਡ ਵਿੱਚ ਵਾਧਾ ਹੁੰਦਾ, ਡਿਮਾਂਡ ਵਧੇਗੀ, ਡਿਮਾਂਡ ਕਰਵ ਸਾਨੂੰ ਪਤਾ ਉੱਪਰ ਸ਼ਿਫਟ ਕਰੇਗਾ। ਠੀਕ ਹੈ, ਇਨਕਰੀਜ਼ ਇਨ ਡਿਮਾਂਡ ਹੈ, ਡਿਮਾਂਡ ਵਧ ਗਈ, ਡਿਮਾਂਡ ਕਰਵ ਸ਼ਿਫਟ ਕਰ ਗਿਆ D1 ਦੇ ਉੱਤੇ। ਹੁਣ ਨਵਾਂ ਇਕੁਇਲਿਬਰੀਅਮ ਕਿੱਥੇ ਆਇਆ, ਜਿੱਥੇ ਉਹ S ਨੂੰ ਕੱਟਦਾ ਹੈ ਸਪਲਾਈ ਕਰਵ ਨੂੰ। ਠੀਕ ਹੈ, ਆ ਇਕੁਇਲਿਬਰੀਅਮ ਪੁਆਇੰਟ ਆਇਆ। ਹੁਣ ਇਹਦੇ ਕੋਰਸਪੋਂਡਿੰਗ ਅਸੀਂ ਦੇਖਣਾ ਕਿ ਪ੍ਰਾਈਸ ਦੇ ਉੱਤੇ ਕੀ ਇਫੈਕਟ ਪਏਗਾ। ਪ੍ਰਾਈਸ ਕੀ ਹੋ ਗਿਆ P1, ਕਿ ਪਹਿਲਾਂ P ਸੀ, P1 ਉੱਪਰ ਸ਼ਿਫਟ ਕਰ ਗਿਆ, ਦੈਟ ਮੀਨਸ ਕੀ ਆ ਕਿ ਪ੍ਰਾਈਸ ਦੇ ਵਿੱਚ ਵਾਧਾ ਹੋ ਗਿਆ। ਠੀਕ ਹੈ, ਕਿ ਜਿਹੜਾ ਆ ਡਿਮਾਂਡ ਦੇ ਵਿੱਚ ਵਾਧਾ ਹੋਣ ਦੇ ਨਾਲ ਜਿਹੜਾ ਆ ਉਹ ਪ੍ਰਾਈਸ ਦੇ ਵਿੱਚ ਵਾਧਾ ਹੋ ਜਾਂਦਾ। ਕਿਉਂ? ਕਿਉਂਕਿ ਸਪਲਾਈ ਜਿਹੜੀ ਆ ਉਹ ਪਹਿਲਾਂ ਜਿੰਨੀ ਹੀ ਰਹਿੰਦੀ, ਸਪਲਾਈ ਕੌਨਸਟੈਂਟ ਆ। ਠੀਕ ਹੈ, ਅਸੀਂ ਸਪਲਾਈ ਹੋਰ ਜ਼ਿਆਦਾ ਵਧਾ ਨਹੀਂ ਸਕਦੇ, ਤਾਂ ਕਰਕੇ ਕੀ ਹੋਇਆ ਡਿਮਾਂਡ ਵਿੱਚ ਵਾਧਾ ਹੋਣ ਦੇ ਨਾਲ ਪ੍ਰਾਈਸ ਜਿਹੜਾ ਇਨਕਰੀਜ਼ ਕਰ ਗਿਆ। ਠੀਕ ਹੈ, ਐਜ਼ ਇਟ ਇਜ਼ ਅਸੀਂ ਕਰਨਾ ਹੈ ਡਿਕਰੀਜ਼ ਇਨ ਡਿਮਾਂਡ। ਜੇਕਰ ਡਿਮਾਂਡ ਦੇ ਵਿੱਚ ਕਮੀ ਆਉਂਦੀ, ਡਿਮਾਂਡ 'ਚ ਕਮੀ ਆਏਗੀ, ਡਿਮਾਂਡ ਕਰਵ ਨੀਚੇ ਸ਼ਿਫਟ ਕਰੇਗਾ, D2 ਤੇ ਆ ਗਿਆ। ਹੁਣ ਪ੍ਰਾਈਸ ਤੇ ਕੀ ਇਫੈਕਟ ਪੈ ਗਿਆ, ਨਵਾਂ ਇਕੁਇਲਿਬਰੀਅਮ ਆ ਗਿਆ, ਪ੍ਰਾਈਸ ਕੀ ਹੋ ਗਿਆ ਘਟ ਗਿਆ। ਕਿਉਂ ਘਟਿਆ? ਕਿਉਂਕਿ ਜਿਹੜੀ ਆ ਡਿਮਾਂਡ ਆ ਘਟ ਗਈ, ਸਾਡੇ ਕੋਲ ਸਪਲਾਈ ਤਾਂ ਪਈ ਆ, ਅਸੀਂ ਸੇਲ ਕਰਨੀ ਕਿਵੇਂ ਕਰਾਂਗੇ, ਜਿਹਦੇ ਕਰਕੇ ਅਸੀਂ ਕੀ ਕਰਦੇ ਹਾਂ ਪ੍ਰਾਈਸ ਘਟਾ ਦਿੰਦੇ ਤਾਂ ਕਿ ਜਿਹੜੀ ਕੁਆਂਟੀਟੀ ਆ ਉਹਨੂੰ ਸੇਲ ਕੀਤਾ ਜਾ ਸਕੇ। ਠੀਕ ਹੈ, ਜਿਹਦੇ ਕਰਕੇ ਕੀ ਆ ਕਿ ਜੇਕਰ ਡਿਮਾਂਡ ਦੇ ਵਿੱਚ ਵਾਧਾ ਹੁੰਦਾ ਹੈ ਪ੍ਰਾਈਸ ਵੱਧ ਜਾਂਦਾ ਹੈ, ਜੇਕਰ ਡਿਮਾਂਡ ਦੇ ਵਿੱਚ ਕਮੀ ਹੁੰਦੀ ਹੈ ਤਾਂ ਪ੍ਰਾਈਸ ਜਿਹੜਾ ਹੈ ਉਹ ਘਟ ਜਾਂਦਾ ਹੈ, ਜਦੋਂ ਅਸੀਂ ਇਕੁਇਲਿਬਰੀਅਮ ਦੀ ਗੱਲ ਕਰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਅਸੀਂ ਨੈਕਸਟ ਪੁਆਇੰਟ ਕਰਨਾ ਆ ਚੇਂਜ ਇਨ ਡਿਮਾਂਡ ਐਂਡ ਦਾ ਇਕੁਇਲਿਬਰੀਅਮ। ਠੀਕ ਹੈ, ਉਸ ਤੋਂ ਅਲਟਰਨੇਟ ਕੇਸਿਸ ਵਿੱਚ ਕੀ ਹੁੰਦਾ ਹੈ, ਜਨਰਲੀ ਕਹਿੰਦਾ ਕਿ ਜਦੋਂ ਡਿਮਾਂਡ ਜਿਹੜੀ ਆ ਸਪਲਾਈ ਕੌਨਸਟੈਂਟ ਨਹੀਂ, ਮਤਲਬ ਕਿ ਸਪਲਾਈ ਜਿਹੜੀ ਆ ਇਨਫਿਨਿਟੀ ਹੁੰਦੀ ਆ, ਉਦੋਂ ਜਿਹੜਾ ਡਿਮਾਂਡ ਦੇ ਵਿੱਚ ਕਮੀ ਜਾਂ ਵਾਧਾ ਹੋਣ ਦੇ ਨਾਲ ਜਿਹੜਾ ਪ੍ਰਾਈਸ ਦੇ ਉੱਤੇ ਕੋਈ ਵੀ ਜ਼ਿਆਦਾ ਜਿਹੜਾ ਇਫੈਕਟ ਆ ਉਹ ਨਹੀਂ ਪੈਂਦਾ। ਠੀਕ ਹੈ, ਕਿ ਪ੍ਰਾਈਸ ਜਿਹੜਾ ਸਾਡੇ ਕੋਲ ਸਪਲਾਈ ਜਿਹੜੀ ਆ ਉਹ ਕੀ ਆ ਇਨਫਿਨਿਟੀ ਚੱਲਦੀ ਪਈ ਆ। ਨੈਕਸਟ ਅਸੀਂ ਕਰਦੇ ਪਏ ਆ ਸ਼ਿਫਟ ਇਨ, ਕਹਿੰਦਾ ਸ਼ਿਫਟ ਆਫ ਸਪਲਾਈ ਕਰਵ। ਠੀਕ ਹੈ, ਕਿ ਜੇਕਰ ਸਪਲਾਈ ਦੇ ਵਿੱਚ ਕੋਈ ਵੀ ਚੇਂਜਸ ਆਉਂਦੀ ਹੈ, ਸਪਲਾਈ ਵਿੱਚ ਚੇਂਜ ਆਉਣ ਦੇ ਨਾਲ ਹੁਣ ਕੀ ਆ ਦੇਖੋ ਅਸੀਂ ਕਰਨਾ ਫਸਟ ਪੁਆਇੰਟ ਇਨਕਰੀਜ਼ ਇਨ ਸਪਲਾਈ, ਕਿ ਜੇਕਰ ਸਪਲਾਈ ਵੱਧਦੀ ਹੈ। ਠੀਕ ਆ, ਹੁਣ ਸਾਨੂੰ ਪਤਾ ਆ ਕਿ ਸਾਡਾ ਫਸਟ ਇਕੁਇਲਿਬਰੀਅਮ ਕਿੱਥੇ ਹੁੰਦਾ, ਜਿੱਥੇ ਡਿਮਾਂਡ ਤੇ ਸਪਲਾਈ ਦੋਨੋਂ ਆਪਸ ਵਿੱਚ ਬਰਾਬਰ ਹੁੰਦੇ ਆ। ਆ ਸਾਡਾ ਇਕੁਇਲਿਬਰੀਅਮ ਆ ਗਿਆ। ਠੀਕ ਹੈ, ਆ ਸਾਡਾ ਪ੍ਰਾਈਸ ਹੋ ਗਿਆ, ਆ ਇਕੁਇਲਿਬਰੀਅਮ ਪੁਆਇੰਟ ਆ। ਹੁਣ ਕਹਿੰਦਾ ਕਿ ਇਨਕਰੀਜ਼ ਇਨ ਸਪਲਾਈ, ਕਿ ਜੇਕਰ ਸਪਲਾਈ ਦੇ ਵਿੱਚ ਵਾਧਾ ਹੁੰਦਾ ਆ ਤਾਂ ਕੀ ਇਫੈਕਟ ਪਏਗਾ। ਹੁਣ ਸਾਨੂੰ ਪਤਾ ਕਿ ਜਦੋਂ ਸਾਡੀ ਸਪਲਾਈ ਵੱਧਦੀ ਆ, ਸਪਲਾਈ ਕਰਵ ਹਮੇਸ਼ਾ ਜਿਹੜਾ ਆ ਉਹ ਪਿੱਛੇ ਸ਼ਿਫਟ ਕਰਦਾ, ਯਾਦ ਰੱਖਣਾ ਆ ਕਿ ਜਦੋਂ ਸਪਲਾਈ ਦੇ ਵਿੱਚ ਵਾਧਾ ਹੁੰਦਾ ਸਪਲਾਈ ਕਰਵ ਜਿਹੜਾ ਥੱਲੇ ਸ਼ਿਫਟ ਕਰਦਾ ਆ, ਜੋ ਸਪਲਾਈ 'ਚ ਕਮੀ ਹੁੰਦੀ ਸਪਲਾਈ ਕਰਵ ਉੱਪਰ ਸ਼ਿਫਟ ਕਰਦਾ ਆ। ਠੀਕ ਹੈ, ਹੁਣ ਸਪਲਾਈ ਦੇ ਵਿੱਚ ਕਹਿੰਦਾ ਵਾਧਾ ਹੋ ਗਿਆ, ਸਪਲਾਈ ਕਰਵ ਨੀਚੇ ਸ਼ਿਫਟ ਕਰ ਗਿਆ, ਆ ਸਾਡਾ ਨਵਾਂ ਇਕੁਇਲਿਬਰੀਅਮ ਪੁਆਇੰਟ ਆ ਗਿਆ E1। ਠੀਕ ਹੈ, ਹੁਣ ਇੱਥੇ ਪ੍ਰਾਈਸ ਦੇ ਉੱਤੇ ਦੇਖੋ ਕੀ ਇਫੈਕਟ ਪਿਆ, ਪ੍ਰਾਈਸ ਘਟ ਗਿਆ। ਠੀਕ ਹੈ, ਪ੍ਰਾਈਸ ਕਿਉਂ ਘਟਿਆ? ਕਿਉਂਕਿ ਸਾਡੀ ਸਪਲਾਈ ਜਿਹੜੀ ਆ ਉਹ ਵੱਧ ਗਈ ਆ, ਡਿਮਾਂਡ ਤਾਂ ਲੋਕੀ ਪਹਿਲਾਂ ਜਿੰਨੀ ਕਰਦੇ ਪਏ ਆ, ਤਾਂ ਕਰਕੇ ਕੀ ਹੋਇਆ ਪ੍ਰਾਈਸ ਘਟਾ ਦਿੱਤਾ ਜਾਂਦਾ ਤਾਂ ਕਿ ਜਿਹੜੀ ਆਪਣੀ ਕੁਆਂਟੀਟੀ ਨੂੰ ਸੇਲ ਕੀਤਾ ਜਾ ਸਕੇ। ਹੁਣ ਜੇਕਰ ਅਸੀਂ ਕਹਿੰਦੇ ਕਿ ਸਪਲਾਈ ਦੇ ਵਿੱਚ ਜੇਕਰ ਕਹਿੰਦੇ ਅਸੀਂ ਕਮੀ ਆ ਜਾਂਦੀ ਆ, ਸਪਲਾਈ ਘਟਣ ਦਾ ਇਫੈਕਟ ਕੀ ਪਏਗਾ, ਸਪਲਾਈ ਘਟ ਗਈ, ਹੁਣ ਨਵਾਂ ਇਕੁਇਲਿਬਰੀਅਮ ਸਾਡੇ ਕੋਲ ਕੀ ਆ ਗਿਆ E2, ਤਾਂ ਪ੍ਰਾਈਸ ਕੀ ਹੋ ਗਿਆ ਵੱਧ ਗਿਆ। ਠੀਕ ਹੈ, ਕਿਉਂ? ਕਿਉਂਕਿ ਸਪਲਾਈ ਘਟ ਗਈ ਹੈ ਮਾਰਕੀਟ ਦੇ ਵਿੱਚ, ਡਿਮਾਂਡ ਤਾਂ ਪਹਿਲਾਂ ਜਿੰਨੀ ਹੈਗੀ ਹੈ ਮਾਰਕੀਟ ਦੇ ਵਿੱਚ। ਠੀਕ ਹੈ, ਸਪਲਾਈ ਘਟਣ ਦੇ ਨਾਲ ਕੀ ਹੋ ਗਿਆ ਜਿਹੜਾ ਪ੍ਰਾਈਸ ਆ ਉਹ ਵੱਧ ਗਿਆ ਹੈ। ਠੀਕ ਹੈ, ਇਹ ਕੀ ਆ ਕਿ ਸਪਲਾਈ ਵਿੱਚ ਚੇਂਜ ਆਉਣ ਦੇ ਨਾਲ ਪ੍ਰਾਈਸ ਤੇ ਕੀ ਇਫੈਕਟ ਪੈਂਦਾ, ਪਹਿਲਾਂ ਆਪਾਂ ਕੀਤਾ ਸੀ ਡਿਮਾਂਡ ਵਿੱਚ ਚੇਂਜ ਆਉਣ ਦੇ ਨਾਲ ਸਪਲਾਈ ਤੇ ਕੀ ਇਫੈਕਟ ਪੈਂਦਾ ਆ।